ਵਾਹਿਗੁਰੂ ਜੀ ਕਾ ਖਾਲਸਾ श्री वाहिगुरु जी की फतेह। धन धन संत बाबा हरनाम सिंह जी रामपुर खेड़े वाले साध संगत जी, असी सरवण कीता कि किस तरह साधु सिंह ने अपने साफ मन नाल वाहिगुरु वाहिगुरु जप के अनहद धुनी अनहद शब्द तक पहुँच गया सी। उसनूं अनहद शब्द सुनाई दिंदा सी। बहंदियां उठदियां सौंदियां खांदियां पींदियां उसनूं वाहिगुरु 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 ही सुनदा सी। पर उसदी जिंदगी विच एक इहो जिहा मोड़ आया कि उसदी ये कीती कमाई सारी गुआच गई। उसनूं सारा कुछ सुननों हट गया। आओ सरवण करिए वो किहड़ा मोड़ सी। साधु सिंह दा भरा भी इस दी सेहत ठीक वेख के मिलन आउण लग पिया। बाबा जी नूं पुछ के कई बार 4-5 दिन लई साधु सिंह नूं लुधियाणे अपने पास लै जाना, उत्थे इसने घर बैठे रहना। इस दे मन परचावे लई घरदियां ने टैलीविजन लगा देना। इसने सारा दिन टैलीविजन देखदा रहना। हफ्ते बाद जदों इसनूं लियाउणा जां उन्हां ने छड्ड जाना तां इसने महीना भर उस वेखे होए टैलीविजन दीयां ही गल्लां करी जानियां। भावें टैलीविजन दी आवाज़ तां पूरी सुनाई नहीं दिंदी सी। जो हफ्ता भर इसने टैलीविजन ते देखना वो सारा दसना कि उत्थे मेरा भरा दे घर विच ट्राली है, ਉਹਦੇ ਵਿੱਚ ही पानी वगदा है, लोग खेत वाਹੁੰਦੇ ਹਨ, बुढ़ियां नचदियां ਹਨ, ਵਿੱਚੇ ਮੀਂਹ ਪੈਣ ਲੱਗ ਪੈਂਦਾ ਹੈ ਅਤੇ ਵਿੱਚ ਹੀ ਲੜਾਈਆਂ ਹੋਣ ਲੱਗ ਪੈਂਦੀਆਂ ਹਨ। ਉਹਦੇ ਵਿੱਚ ਹੀ ਕਈ ਵਾਰੀ ਗੁਰਦੁਆਰਾ ਆ ਜਾਂਦਾ ਹੈ। ਇਤਿਆਦਿਕ ਗੱਲਾਂ ਸੁਣਾਉਂਦਿਆਂ ਰਹਿਣਾ। ਭਾਵ 5-7 ਦਿਨ ਦਾ ਟੈਲੀਵਿਜ਼ਨ ਦੇਖਿਆ ਕਈ ਮਹੀਨਿਆਂ ਤੱਕ ਉਸਦੇ ਮਨ ਵਿੱਚ ਵਸਿਆ ਰਹਿਣਾ। ਬਾਬਾ ਜੀ ਨੇ ਵੀ ਬਥੇਰਾ ਮਨਾ ਕਰਨਾ ਕਿ ਇਹ ਨਹੀਂ ਦੇਖੀਦਾ, ਇਹ ਮਾੜਾ ਹੁੰਦਾ ਹੈ। ਅੱਗੋਂ ਸਾਧੂ ਸਿੰਘ ਨੇ ਉੱਤਰ ਦੇਣਾ ਕਿ ਇਹ ਕਿਉਂ ਮਾੜਾ ਹੁੰਦਾ ਹੈ। ਬਾਬਾ ਜੀ ਨੇ ਕਹਿਣਾ ਕਿ ਸਿੱਖ ਟੈਲੀਵਿਜ਼ਨ ਨਹੀਂ ਦੇਖਦੇ ਹੁੰਦੇ, ਗੁਰੂ ਮਹਾਰਾਜ ਜੀ ਗੁੱਸੇ ਹੁੰਦੇ ਹਨ। ਅੱਛਾ ਕਹਿ ਦੇਣਾ, ਪਰ ਦਿਨ ਗੱਲਾਂ ਟੈਲੀਵਿਜ਼ਨ ਦੀਆਂ ਹੀ ਕਰਦੇ ਰਹਿਣਾ। ਬਾਬਾ ਜੀ ਨੇ ਸਾਨੂੰ ਸਮਝਾਉਣ ਲਈ ਦੱਸਣਾ ਕਿ ਦੇਖੋ ਅਜੇ ਇਸ ਦੇ ਅੱਖਾਂ ਨਾਲ ਦੇਖਿਆ ਹੀ ਨਹੀਂ ਹੈ, ਇਸ ਦੀ ਬਿਰਤੀ ਵਿੱਚ ਕਿੰਨਾ ਖੜਾਓ ਆ ਗਿਆ ਹੈ। ਜੇ ਕਿਤੇ ਇਸ ਨੂੰ ਕੰਨਾਂ ਰਾਹੀਂ ਪੂਰਾ ਸੁਣਦਾ ਹੋਵੇ ਤਾਂ ਫਿਰ ਇਸ ਦਾ ਕੀ ਹਾਲ ਹੋਵੇਗਾ। ਸਮਾਂ ਪਾ ਕੇ ਬਾਬਾ ਜੀ ਨਾਨਕ ਲੀਨ ਵੈਓ ਗੋਵਿੰਦ ਸਿਉ ਤਥਾ ਪਵਨੇ ਮੈਂ ਪਵਨ ਸਮਾਈ ज्योति में जोत रल जाया अनुसार पंज भूतक शरीर त्याग के प्रभु चरणा विच जा बिराजे। बाबा जी दे शरीर समय जिमें साधु सिंह सेवा करदा सी उसे तरह सेवा सिमरन निरंतर करदा रहा। रात नूं सुत्तियां भी सिमरन करदा रहिंदा ते सारी संगत गुरुद्वारा साहिब रहण वाले सिख हर रोज ही शाम नूं ਜਦੋਂ ਸਾਧੂ ਸਿੰਘ ਸੌਂ ਜਾਂਦਾ ਇਸ ਦੇ ਮੰਜੇ ਕੋਲ ਖਲੋ ਕੇ ਸੁੱਤੇ ਪਏ ਦਾ ਸਿਮਰਨ ਹੁੰਦਾ ਸੁਣਦੇ। ਪਰਮੇਸ਼ਵਰ ਦੀ ਨੇਤ ਐਸੀ ਹੋਈ ਕਿ ਇਸ ਦੀ ਵੱਡੀ ਭੈਣ ਦਿੱਲੀ ਵਿੱਚ ਚੜ੍ਹਾਈ ਕਰ ਗਈ। ਸਾਧੂ ਸਿੰਘ ਦਾ ਭਰਾ ਸ਼ੰਕਰ ਸਿੰਘ ਇਸ ਨੂੰ ਦਿੱਲੀ ਨਾਲ ਲੈ ਗਿਆ ਤੇ ਮੁੜ ਲੁਧਿਆਣੇ ਆਪਣੇ ਪਾਸ ਲੈ ਆਇਆ ਤੇ ਨਾਲ ਹੀ ਕਹਿ ਗਿਆ ਕਿ ਤੁਸੀਂ ਇਸ ਨੂੰ ਲੈਣ ਨਾ ਆਇਓ, ਮੈਂ ਆਪ ਪਿੰਡ ਝਾਮੀ ਵਿਆਹ ਤੇ ਆਉਣਾ ਹੈ, ਇਸ ਨੂੰ ਨਾਲ ਲੈ ਆਵਾਂਗਾ। ਪਰ ਫਿਰ ਵੀ 15 ਕੁ ਦਿਨਾਂ ਬਾਅਦ ਭਗਤ ਜੀ 1-2 ਹੋਰ ਸਿੰਘ ਲੁਧਿਆਣੇ ਗਏ ਤੇ ਮਨ ਵਿੱਚ ਵਿਚਾਰ ਆਈ ਕਿ ਚਲੋ ਸਾਧੂ ਸਿੰਘ ਨੂੰ ਕਾਰ ਵਿੱਚ ਨਾਲ ਹੀ ਲੈ ਚਲੀਏ। ਅਸੀਂ ਪ੍ਰਤਾਪ ਨਗਰ ਗਲੀ ਨੰਬਰ 9 ਵਿੱਚ ਸ਼ੰਕਰ ਸਿੰਘ ਦੇ ਘਰ ਗਏ। ਸਾਧੂ ਸਿੰਘ ਹਰ ਰੋਜ਼ ਦੀ ਤਰ੍ਹਾਂ ਟੈਲੀਵਿਜ਼ਨ ਦੇਖਦਾ ਪਿਆ ਸੀ। ਘਰ ਵਾਲਿਆਂ ਨੇ ਸਾਡੇ ਵੱਲ ਦੇਖ ਕੇ ਟੈਲੀਵਿਜ਼ਨ ਬੰਦ ਕਰ ਦਿੱਤਾ ਤੇ ਜਲ ਪਾਣੀ ਪੁੱਛਣ ਲੱਗੇ। ਖੈਰ ਥੋੜਾ ਸਮਾਂ ਅਸੀਂ ਬੈਠੇ ਤੇ ਪੁੱਛਿਆ ਕਿ ਜੋ ਸਾਧੂ ਸਿੰਘ ਨੇ ਜਾਣਾ ਹੈ ਤਾਂ ਅਸੀਂ ਕਾਰ ਵਿੱਚ ਆਏ ਹਾਂ, ਇਸ ਨੂੰ ਨਾਲ ਲੈ ਜਾਂਦੇ ਹਾਂ, ਇਸ ਨੂੰ ਤੁਸੀਂ ਪੁੱਛ ਲਵੋ।
ਜੇ ਇਸਨੇ ਠਹਿਰ ਕੇ ਆਉਣਾ ਹੈ ਤਦ ਵੀ ਠੀਕ ਹੈ। ਇੱਕ ਬੀਬੀ ਜੋ ਸ਼ੰਕਰ ਸਿੰਘ ਜੀ ਦੀ ਨੂੰਹ ਸੀ, ਉਸਨੇ ਸਾਡੀ ਸਾਰੀ ਗੱਲ ਇਸ ਦੇ ਕੰਨ ਵਿੱਚ ਪਹੁੰਚਾਈ ਤੇ ਕਿਹਾ ਕਿ ਗੁਰਦੁਆਰੇ ਤੋਂ ਬਾਬਾ ਜੀ ਤੇ ਹੋਰ ਸੰਗਤ ਤੁਹਾਨੂੰ ਲੈਣ ਆਈ ਹੈ। ਸਾਧੂ ਸਿੰਘ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਗੁਰਦੁਆਰਾ ਟਰਾਲੀ ਨਹੀਂ ਹੈ, ਤੇ ਆਪ ਉੱਠ ਕੇ ਬੰਦ ਕੀਤਾ ਟੈਲੀਵਿਜ਼ਨ ਮੁੜ ਚਲਾ ਲਿਆ। ਅਸੀਂ ਥੋੜਾ ਚਿਰ ਅਟਕੇ ਤੇ ਵਾਪਸ ਮੁੜਨ ਦੀ ਤਿਆਰੀ ਕੀਤੀ ਤੇ ਨਾਲ ਹੀ ਉਹ ਬੀਬੀ ਤੇ ਹੋਰ ਘਰ ਵਾਲਿਆਂ ਨੂੰ ਪੁੱਛਿਆ ਕਿ ਇਹ ਸਾਰਾ ਦਿਨ ਇਸੇ ਤਰ੍ਹਾਂ ਟੈਲੀਵਿਜ਼ਨ ਹੀ ਦੇਖਦਾ ਰਹਿੰਦਾ ਹੈ। ਉਹ ਕਹਿਣ ਲੱਗੀ ਕਿ ਜਿੰਨਾ ਚਿਰ ਰਾਤ ਦਾ ਸਾਰਾ ਪ੍ਰੋਗਰਾਮ ਖਤਮ ਨਾ ਹੋ ਜਾਵੇ ਇਹ ਇੱਥੋਂ ਉੱਠਦੇ ਨਹੀਂ, ਜੇ ਅਸੀਂ ਬੰਦ ਕਰ ਦਈਏ ਤਾਂ ਆਪ ਲਾ ਲੈਂਦੇ ਹਨ। ਮੈਂ ਕਿਹਾ ਕਿ ਬੀਬੀ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ ਕਰੀ ਚਲੋ, ਪਰ ਤੁਸੀਂ ਇੱਥੇ ਲਿਆ ਕੇ ਇਸ ਦੀ ਸੁਰਤੀ ਬਿਰਤੀ ਦਾ ਪੱਠਾ ਬਿਠਾ ਦਿੱਤਾ ਹੈ ਕਿ ਹੁਣ ਇਹ ਮਾਲਾ ਫੇਰਦਾ ਹੁੰਦਾ ਹੈ। ਉਸਨੇ ਕਿਹਾ ਕਿ ਕਿਸੇ ਵੇਲੇ ਮਾਲਾ ਕੱਢ ਕੇ ਹੱਥ ਵਿੱਚ ਫੜ ਲੈਂਦੇ ਹਨ, ਪਰ ਵੇਖਦੇ ਟੈਲੀਵਿਜ਼ਨ ਹੀ ਹਨ। ਅਸੀਂ ਵਿਦਾ ਲੈ ਕੇ ਵਾਪਸ ਗੁਰਦੁਆਰਾ ਸਾਹਿਬ ਪੁੱਜ ਗਏ। 10 ਕੁ ਦਿਨ ਬਾਅਦ ਇਸ ਦਾ ਭਰਾ ਸ਼ੰਕਰ ਸਿੰਘ ਝਾਂਵੀ ਵਿਆਹ ਤੇ ਆਇਆ ਹੋਇਆ ਸਾਧੂ ਸਿੰਘ ਨੂੰ ਗੁਰਦੁਆਰੇ ਛੱਡ ਗਿਆ। ਹੁਣ ਨਾਮ ਦੇ ਆਹਾਰ ਦੀ ਥਾਂ ਅੰਦਰ ਆਹਾਰ ਤਾਂ ਟੈਲੀਵਿਜ਼ਨ ਦਾ ਬਣ ਚੁੱਕਾ ਸੀ। ਆਉਂਦੇ ਹੀ ਕਹਿਣ ਲੱਗ ਪਿਆ ਕਿ ਇੱਥੇ ਟਰਾਲੀ ਲਿਆਵੋ, ਲੰਗਰ ਦੇ ਬਰਾਂਡੇ ਵਿੱਚ ਰੱਖੋ, ਟਰਾਲੀ ਬਹੁਤ ਚੰਗੀ ਹੁੰਦੀ ਹੈ, ਇਸ ਵਿੱਚ ਸਭ ਕੁਝ ਆਉਂਦਾ ਹੈ। ਤੇ ਸਾਰਾ ਦਿਨ ਆਏ ਗਏ ਨਾਲ ਟਰਾਲੀ ਵਿੱਚ ਜੋ ਕੁਝ ਦੇਖਿਆ ਸੀ ਉਸ ਦੀਆਂ ਗੱਲਾਂ ਹੀ ਕਰਦਾ ਰਹੇ। ਸ਼ਾਮ ਪਈ ਤਾਂ ਇਸ ਪਾਸੋਂ ਰਿਹਾ ਨਾ ਗਿਆ। ਗੁਰਦੁਆਰੇ ਤੋਂ ਅੱਧਾ ਕੁ ਕਿਲੋਮੀਟਰ ਮਾਸਟਰ ਮਹਿੰਦਰ ਸਿੰਘ ਹੋਰਾਂ ਦਾ ਡੇਰਾ ਹੈ। ਚੁੱਪ ਚਪੀਤੇ ਸਾਧੂ ਸਿੰਘ ਉਹਨਾਂ ਦੇ ਘਰ ਚਲਾ ਗਿਆ ਤੇ 7 ਵਜੇ ਤੋਂ ਰਾਤ ਦੇ ਸਾਰੇ ਪ੍ਰੋਗਰਾਮ ਦੇ ਖਤਮ ਹੋਣ ਤੱਕ ਟੈਲੀਵਿਜ਼ਨ ਦੇਖਦਾ ਰਿਹਾ। ਅਗਲੇ ਦਿਨ ਵੀ ਉੱਥੇ ਹੀ ਰਿਹਾ। ਅਸੀਂ ਟੋਲ ਭਾਲ ਕੀਤੀ। ਅਸੀਂ ਭਾਲ ਕਰਦੇ ਹੀ ਸਾਂ ਕਿ ਉਹਨਾਂ ਦੀ ਬੱਚੀ ਦੱਸ ਗਈ ਕਿ ਬਾਬਾ ਜੀ ਸਾਧੂ ਸਿੰਘ ਸਾਡੇ ਘਰ ਵਿੱਚ ਬੈਠੇ ਟੈਲੀਵਿਜ਼ਨ ਦੇਖਦੇ ਹਨ। ਮੈਨੂੰ ਤੇ ਮੇਰੇ ਮਾਤਾ ਜੀ ਨੇ ਤੁਹਾਨੂੰ ਦੱਸਣ ਲਈ ਭੇਜਿਆ ਹੈ ਕਿ ਤੁਸੀਂ ਫਿਕਰ ਨਾ ਕਰਿਓ, ਉਹ ਸਾਡੇ ਪਾਸ ਹੀ ਹੈ। ਮੈਂ ਸੁੱਤੇ ਹੀ ਬੀਬੀ ਨੂੰ ਕਿਹਾ ਕਿ ਬੀਬਾ ਫਿਕਰ ਕੀ ਕਰਨਾ ਹੈ, ਹੁਣ ਫਿਕਰ ਕਰਨ ਤੋਂ ਗੱਲ ਅਗਾਂਹ ਲੰਘ ਗਈ ਹੈ। ਸਾਧੂ ਸਿੰਘ ਦੁਪਹਿਰ ਤੋਂ ਬਾਅਦ ਆਇਆ ਤੇ ਲੋਡਾ ਵੇਲਾ ਆਰਾਮ ਕੀਤਾ। ਅਗਲੇ ਦਿਨ ਫਿਰ ਨੇੜੇ ਦੇ ਪਿੰਡ ਤਲਵੰਡੀ ਜਾ ਟੈਲੀਵਿਜ਼ਨ ਦੇਖਣਾ ਸ਼ੁਰੂ ਕਰ ਦਿੱਤਾ। ਗੱਲ ਕੀ ਕਦੀ ਕਿਤੇ ਜਦੋਂ ਟੈਲੀਵਿਜ਼ਨ ਦੇਖ ਕੇ ਪਰਤਣਾ ਜਾਂ ਜਿਸ ਨੇ ਪੁੱਛਣਾ ਉਸ ਨੂੰ ਟੈਲੀਵਿਜ਼ਨ ਦੀਆਂ ਗੱਲਾਂ ਜੋ ਵੇਖੀਆਂ ਸਨ ਉਹ ਦੱਸਣੀਆਂ ਤੇ ਕਹਿਣਾ ਕਿ ਗੁਰਦੁਆਰੇ ਟਰਾਲੀ ਲੈ ਕੇ ਆਵੋ। ਇੱਕ ਦਿਨ ਮੈਂ ਸਾਧੂ ਸਿੰਘ ਨੂੰ ਕਿਹਾ ਕਿ ਲੋਕਾਂ ਦੇ ਘਰੀ ਨਾ ਜਾਇਆ ਕਰ। ਅੱਗੋਂ ਉਸਨੇ ਉੱਤਰ ਦਿੱਤਾ ਕਿ ਤੁਸੀਂ ਗੁਰਦੁਆਰੇ ਟਰਾਲੀ ਲੈ ਆਵੋ, ਮੈਂ ਇੱਥੇ ਦੇਖ ਲਵਾਂਗਾ। ਮੈਂ ਇਸ ਨੂੰ ਕਿਹਾ ਕਿ ਗੁਰਦੁਆਰੇ ਟਰਾਲੀ ਨਹੀਂ ਲਿਆਈ ਦੀ। ਉਸਨੇ ਮੈਨੂੰ ਅੱਗੋਂ ਉੱਤਰ ਦਿੱਤਾ ਕਿ ਇੱਥੇ ਗੁਰਦੁਆਰੇ ਵਿੱਚ ਨਾ ਰੱਖੋ, ਉਸ ਜੋ ਗੁਰਦੁਆਰੇ ਤੋਂ ਪਰੇ ਸੌਣ ਵਾਲੇ ਕਮਰੇ ਹਨ ਉਸ ਵੱਡੇ ਕਮਰੇ ਵਿੱਚ ਟਰਾਲੀ ਰੱਖ ਲਵੋ, ਉੱਥੇ ਅਸੀਂ ਸਾਰੇ ਵੇਖਾਂਗੇ, ਜਾਂ ਫਿਰ ਲੰਗਰ ਵਿੱਚ ਰੱਖ ਲਵੋ। ਫਿਰ ਮੈਂ ਪੁੱਛਿਆ ਕਿ ਤੈਨੂੰ ਹੁਣ ਉਹ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ? ਉੱਤਰ ਨਾ ਵਿੱਚ ਸੀ। ਮੈਂ ਪੁੱਛਿਆ ਕਿ ਹੁਣ ਕਦੀ ਬਾਜੇ ਵੱਜਦੇ ਵੀ ਸੁਣਦੇ ਹਨ? ਕਹਿਣ ਲੱਗੇ ਪਹਿਲਾਂ ਸੁਣਦੇ ਸਨ, ਹੁਣ ਨਹੀਂ ਸੁਣਦੇ। ਮੈਂ ਮਨ ਵਿੱਚ ਬੜਾ ਹੈਰਾਨ ਸੀ ਕਿ ਦੇਖੋ, ਇੱਕ ਪਾਸੇ 20 ਸਾਲ ਦੀ ਸੰਗਤ ਸੇਵਾ ਸਿਮਰਨ ਦਾ ਫਲ, ਦਿਨ ਰਾਤ ਸਿਮਰਨ ਹੁੰਦਾ ਸੁਣਾਈ ਦੇਣਾ ਤੇ ਅਨਹਦ ਸ਼ਬਦ ਦੀ ਅਵਸਥਾ ਤੱਕ ਪੁੱਜ ਜਾਣਾ, ਤੇ ਕਿਸੇ ਟਰਾਲੀ ਭਾਵ ਟੈਲੀਵਿਜ਼ਨ ਦੀ ਭੈੜੀ ਸੰਗਤ ਜੋ ਇਸਨੇ ਕੇਵਲ ਮਹੀਨੇ ਤੋਂ ਘੱਟ ਕੀਤੀ ਸੀ, ਸਾਰੇ ਪੁਰਾਣੇ ਚੰਗੇ ਸੰਸਕਾਰਾਂ ਤੇ ਉੱਪਰ ਹਾਵੀ ਹੋ ਬੈਠੀ ਹੈ। ਮਨ ਵਿੱਚ ਮਹਾਪੁਰਸ਼ਾਂ ਦਾ ਇੱਕ ਬਚਨ ਯਾਦ ਆਵੇ ਕਿ ਉਹਨਾਂ ਨੇ ਵਚਨ ਵਿੱਚ ਕਿੰਨੀ ਵੱਡੀ ਸੱਚਾਈ ਲੁਕੀ ਹੁੰਦੀ ਸੀ।
ਆਪ ਜੀ ਕਿਹਾ ਕਰਦੇ ਸਨ ਕਿ ਕੋਈ ਪ੍ਰੇਮੀ ਚੰਗੀ ਸੰਗਤ ਕਰਕੇ ਸੇਵਾ ਸਿਮਰਨ ਦੁਆਰਾ ਸੱਚਖੰਡ ਦੇ ਦਰਵਾਜ਼ੇ ਅੰਦਰ ਇੱਕ ਪੈਰ ਰੱਖ ਲਵੇ, ਪਰ ਜੇ ਕਿਤੇ ਬਦਕਿਸਮਤੀ ਨਾਲ ਉਸ ਨੂੰ ਕੁਝ ਸੰਗਤ ਮਿਲ ਜਾਵੇ ਤਾਂ ਪਿਛਲਾ ਪੈਰ ਅਗਲੇ ਤਾਂ ਕੀ ਰੱਖਣਾ ਹੈ, ਪਹਿਲਾ ਸੱਚਖੰਡ ਵਿੱਚ ਰੱਖਿਆ ਹੋਇਆ ਪੈਰ ਕੁਸੰਗਤ ਪਿੱਛੇ ਖਿੱਚ ਲਿਆਉਂਦੀ ਹੈ। ਕੁਸੰਗਤ ਦਾ ਏਡਾ ਜਲਦੀ ਤੇ ਪ੍ਰਬਲ ਅਸਰ ਹੁੰਦਾ ਹੈ। ਦੂਜੇ ਪਾਸੇ ਮਨ ਵਿੱਚ ਇਹ ਵੀ ਵਿਚਾਰ ਆਉਂਦਾ ਸੀ ਕਿ ਸਾਧੂ ਸਿੰਘ ਨੇ ਤਾਂ 1 ਮਹੀਨੇ ਤੋਂ ਘੱਟ ਸਮਾਂ ਹੀ ਟੈਲੀਵਿਜ਼ਨ ਦੇਖਿਆ ਹੈ, ਤੇ ਜੋ ਸਾਲਾਂ ਬੱਧੀ ਇਸ ਦੇ ਸਨਮੁਖ ਬੈਠ ਕੇ ਇਸ ਦੀ ਹਾਜ਼ਰੀ ਭਰਦੇ ਹਨ, ਉਹਨਾਂ ਦਾ ਕੀ ਹਾਲ ਹੋਵੇਗਾ। ਪਹਿਲਾਂ ਮਨ ਦਾ ਖੰਡਾਓ ਤਾਂ ਹੀ ਸੰਕੋਚ ਹੋਣਾ ਹੈ। ਇਸ ਹਿਸਾਬ ਨਾਲ ਟੈਲੀਵਿਜ਼ਨ ਦੁਆਰਾ ਮਨ ਤੇ ਹੋਏ ਖੰਡਾਓ ਨੂੰ ਸੰਕੋਚਣ ਲਈ ਪਤਾ ਨਹੀਂ ਕਿੰਨੇ ਜਨਮ ਹੋਰ ਲੱਗਣਗੇ। ਜੇ ਇੱਕ ਸਧਾਰਨ ਸਾਧੂ ਸਿੰਘ ਵਰਗੇ ਵਿਅਕਤੀ ਦੀ ਬਿਰਤੀ ਇੰਨੇ ਖੰਡਾਓ ਵਿੱਚ ਜਾ ਸਕਦੀ ਹੈ, ਜਿਸ ਨੂੰ ਕੇਵਲ ਮੂਰਤਾਂ ਹੀ ਦਿਸਦੀਆਂ ਹਨ, ਸੁਣਦਾ ਨਹੀਂ। ਜਿਸ ਵਿਅਕਤੀ ਨੂੰ ਦਿਸਦਾ ਵੀ ਹੈ ਤੇ ਕੰਨਾਂ ਨਾਲ ਪੂਰਾ ਸੁਣਦਾ ਵੀ ਹੈ ਤੇ ਉਹ ਸਾਰੀਆਂ ਭੈੜੀਆਂ ਹਰਕਤਾਂ ਨੂੰ ਸਮਝਦਾ ਵੀ ਹੋਵੇਗਾ, ਉਸ ਦਾ ਕੀ ਹਾਲ ਹੋਵੇਗਾ। ਵਾਹ ਕਲਯੁਗ, ਬਾਬੇ ਗੁਰੂ ਨਾਨਕ ਨੇ ਤਾਂ ਘਰ ਘਰ ਅੰਦਰ ਧਰਮਸ਼ਾਲ ਬਣਾ ਕੇ ਹੋਵੇ ਕੀਰਤਨ ਸਦਾ ਵਿਸੋਇਆ ਦੀ ਪ੍ਰਾਪਰਟੀ ਚਲਾਈ ਹੋਈ, ਪਰ ਤੂੰ ਵੀ ਬਾਬੇ ਦਾ ਪੂਰਾ ਮੁਕਾਬਲਾ ਕਰ ਰਿਹਾ ਹੈ ਕਲਯੁਗ। ਤੂੰ ਘਰ ਘਰ ਅੰਦਰ ਟੈਲੀਵਿਜ਼ਨ ਰਾਹੀਂ ਧਰਮਸ਼ਾਲਾ ਦੇ ਗੁਰੂ ਕੀਰਤਨ ਦੂਰ ਕਰਕੇ ਸਾਰੇ ਘਰ ਸਿਨੇਮੇ ਬਣਾ ਦਿੱਤੇ ਹਨ। ਬਲਿਹਾਰ ਜਾਈਏ ਤੇਰੇ ਜ਼ੋਰ ਤੇ, ਰਹਿ ਰਾਸ ਦਾ ਸਮਾਂ ਵੀ ਤੂੰ ਆਪਣੇ ਵਿੱਚ ਸਮੇਟ ਲਿਆ ਹੈ। ਸ਼ਾਮ ਨੂੰ ਜੋ ਟੈਲੀਵਿਜ਼ਨ ਤੇ ਮੂਰਤਾਂ ਦੇਖੀਆਂ ਜਾਂਦੀਆਂ ਹਨ, ਉਹ ਵੀ ਸਾਰੀ ਰਾਤ ਅੰਦਰ ਗੇੜੇ ਲਾਉਂਦੀਆਂ ਹੋਣਗੀਆਂ। ਰਾਤ ਲੇਟ ਆਰਾਮ ਕਰਨ ਨਾਲ ਤੇਰੇ ਉਪਕਾਰ ਸਦਕਾ ਅੰਮ੍ਰਿਤ ਵੇਲਾ ਵੀ ਤੂੰ ਗੁਰਸੁੱਖਾਂ ਪਾਸੋਂ ਖੋ ਲਿਆ। ਤੇਰਾ ਰਾਜ ਜੂ ਹੋਇਆ, ਕੋਈ ਬਿਰਲਾ ਹੀ ਤੇਰੇ ਅਸਰ ਤੋਂ ਬਚਿਆ ਹੋਵੇਗਾ। ਇਹ ਭੈੜੇ ਕਲਯੁਗ, ਵਾਹ ਕਲਯੁਗ, ਨਿਤਨੇਮ ਤਾਂ ਤੂੰ ਖੋ ਹੀ ਲਿਆ ਹੈ। ਗੁਰਸਿੱਖਾਂ ਪਾਸੋਂ ਤੂੰ ਸਤ ਸੰਗਤ ਵੀ ਖੋ ਲਈ। ਗੁਰੂ ਕੀ ਹਾਜ਼ਰੀ ਭਰਨ ਦੀ ਥਾਂ ਤੂੰ ਹੁਣ ਆਪਣੀ ਹਾਜ਼ਰੀ ਭਰਾਉਂਦਾ ਹੈ। ਪਰ ਯਾਦ ਰੱਖੀ, ਬਾਬੇ ਨਾਨਕ ਜੀ ਦਾ ਦਮ ਬਹੁਤ ਲੰਬਾ ਹੈ। ਤੂੰ ਉਹਨਾਂ ਦੀ ਤੇਜ ਪ੍ਰਤਾਪ ਮੂਹਰੇ ਸਦਾ ਲਈ ਟਿਕ ਨਹੀਂ ਸਕੇਗਾ। ਗੁਰੂ ਕੇ ਸਿੱਖ ਹੁਣ ਤੇਰੇ ਪਾਸ ਕਲਯੁਗ ਦੇ ਪ੍ਰਭਾਵ ਤੋਂ ਬਚਣ ਲਈ ਕੇਵਲ ਆਖਰੀ ਹਥਿਆਰ ਅਰਦਾਸ ਹੀ ਹੈ। ਬਾਬੇ ਨਾਨਕ ਜੀ ਨੇ ਰਾਏ ਭੁਲਾਰ ਨੂੰ ਕਿਹਾ ਸੀ ਕਿ ਹੇ ਰਾਏ, ਜਦੋਂ ਤੇਰਾ ਆਪਣਾ ਬਲ ਕੁਝ ਨਾ ਸਾਰੇ ਤਾਂ ਢਹਿ ਕੇ ਪਰਮੇਸ਼ਵਰ ਪ੍ਰਾਇਣ ਹੋ ਕੇ ਅਰਦਾਸ ਕਰਿਆ ਕਰੀ, ਪਰਮੇਸ਼ਵਰ ਬੋੜੀ ਕਰੇਗਾ। ਸੋ ਜੇ ਆਪਣੇ ਬਲ ਨਾਲ ਤੂੰ ਇਸ ਕਲਯੁਗ ਪ੍ਰਭਾਵ ਤੋਂ ਬਚ ਨਹੀਂ ਸਕਦਾ ਤਾਂ ਗੁਰੂ ਜੀ ਅੱਗੇ ਅਰਜ਼ੋਈ ਕਰ। ਉਹ ਸਦ ਸੁਣਦਾ, ਸਦ ਵੇਖਦਾ ਤੇ ਤੇਰੀ ਬੋੜੀ ਕਰੇਗਾ। ਅਜੇ ਸਾਧੂ ਸਿੰਘ ਠੀਕ ਠਾਕ ਤੁਰਦਾ ਫਿਰਦਾ ਹੈ। ਜੇ ਕਿਸੇ ਨੇ ਟੈਲੀਵਿਜ਼ਨ ਦਾ ਹੋਇਆ ਪ੍ਰਭਾਵ ਪ੍ਰਤੱਖ ਦੇਖਣਾ ਹੋਵੇ ਤਾਂ ਇੱਥੇ ਗੁਰਦੁਆਰਾ ਸਾਹਿਬ ਆ ਕੇ ਉਸ ਨੂੰ ਪਹਿਲੀ ਅਵਸਥਾ ਤੇ ਹੁਣ ਦੀ ਅਵਸਥਾ ਪੁੱਛ ਲਵੇ। ਉਹ ਬਿਨਾਂ ਝਿਜਕ ਸਾਰਾ ਆਪਣਾ ਹਾਲ ਦੱਸ ਦਿੰਦਾ ਹੈ। ਹੁਣ ਵੀ ਜਿਸ ਘਰ ਉਹ ਜਾਂਦਾ ਹੈ ਪਹਿਲਾਂ ਪੁੱਛੇਗਾ ਕਿ ਟਰਾਲੀ ਹੈ ਕਿ ਨਹੀਂ। ਜੇ ਘਰ ਵਾਲਾ ਸਮਝ ਲਵੇ ਤੇ ਹਾਂ ਕਰ ਦੇਵੇ ਤਾਂ ਬਹੁਤ ਖੁਸ਼ ਹੁੰਦਾ ਹੈ। ਕਾਫੀ ਯਤਨ ਕਰਨ ਤੇ ਰੋਕਣ ਸਦਕਾ ਹੁਣ ਬਿਰਤੀ ਵਿੱਚ ਫਿਰ ਮੋੜ ਪੈ ਰਿਹਾ ਹੈ। ਪਰ 1 ਮਹੀਨੇ ਦੀ ਟੈਲੀਵਿਜ਼ਨ ਦੀ ਕੀਤੀ ਕੁਸੰਗਤ ਦੀ ਮਨ ਤੇ ਪਈ ਡੂੰਗੀ ਝਾਸ ਕਿਤੇ ਨਾ ਕਿਤੇ ਫਿਰ ਅਸਰ ਕਰ ਜਾਂਦੀ ਹੈ। ਐ ਗੁਰੂ ਕੇ ਸਿੱਖ ਸੰਭਲ, ਟੈਲੀਵਿਜ਼ਨ ਕਲਯੁਗ ਦਾ ਮਿੱਠਾ ਜ਼ਹਿਰ ਹੈ। ਜ਼ਹਿਰ ਜ਼ਹਿਰ ਹੀ ਹੈ, ਭਾਵੇਂ ਉਹ ਮਿੱਠਾ ਹੀ ਕਿਉਂ ਨਾ ਲੱਗੇ। ਲੋਕਾਂ ਵਾਂਗ ਤੂੰ ਵੀ ਆਪਣੀ ਬਿਰਤੀ ਨੂੰ ਖੜਾਓ ਵਿੱਚ ਨਾ ਲਿਜਾ। ਗੁਰੂ ਪਾਤਸ਼ਾਹ ਜੀ ਨੇ ਤਾਂ ਬਿਰਤੀ ਨੂੰ ਸੰਕੋਚਣ ਲਈ ਹਦਾਇਤ ਕੀਤੀ ਹੈ। ਖੜਾਓ ਵਾਲੀ ਬਿਰਤੀ ਦੁਆਰਾ ਕੁਝ ਪੱਲੇ ਨਹੀਂ ਪੈਣਾ। ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਮਨ ਵਿੱਚ ਪਏ ਹੋਏ ਰੌਲੇ ਰੱਪੇ ਨੂੰ ਮਨ ਵੱਲੋਂ ਰੋਕ ਲਵੋ। ਸੁੰਦਰ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇਗੀ।
ਆਪਾਂ ਮਨ ਦੇ ਖੰਡਾਓ ਨੂੰ ਰੋਕਣ ਦਾ ਯਤਨ ਕਰਨਾ ਹੈ, ਨਾ ਕਿ ਉਸ ਵਿੱਚ ਵਾਧਾ ਕਰਨਾ ਹੈ। ਦੇਖਣ ਵਾਲਾ ਜਾਂ ਸੁਣਨ ਵਾਲਾ ਨਾ ਅੱਖਾਂ ਦੀਆਂ ਤ੍ਰਿਪਤੀਆਂ ਹੋਣੀਆਂ ਹੈ, ਨਾ ਕੰਨਾਂ ਨੇ ਸੁਣ ਕੇ ਰੱਜਣਾ ਹੈ, ਨਾ ਮੂੰਹ ਨੇ ਬੋਲ ਬੋਲ ਕੇ ਥੱਕਣਾ ਹੈ, ਤੇ ਨਾ ਹੀ ਇੰਦਰੀਆਂ ਦੀ ਅੱਜ ਤੱਕ ਕਿਸੇ ਪਾਸੋਂ ਤ੍ਰਿਪਤੀ ਹੋਈ ਹੈ। ਇਹਨਾਂ ਦੀ ਤ੍ਰਿਪਤੀ ਸਿਰਫ ਇੱਕੋ ਹੀ ਕਾਰ ਵਿਹਾਰ ਨਾਲ ਹੋਏਗੀ, ਉਹ ਹੈ ਪ੍ਰਭੂ ਦਾ ਸਿਮਰਨ। ਜਿੱਥੇ ਸਿੱਧੇ ਸਾਦੇ ਸਾਧੂ ਸੁਭਾਅ ਵਾਲੇ ਸਾਧੂ ਸਿੰਘ ਦੀ ਹੱਡਬੀਤੀ ਘਟਨਾ ਤੋਂ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਅਨਹਦ ਨਾਦ ਸੁਣਨ ਵਾਲੇ ਜੀਵ ਤੇ ਐਡਾ ਵੱਡਾ ਪ੍ਰਭਾਵ ਹੋਇਆ, ਤੇ ਅਸੀਂ ਆਮ ਇਨਸਾਨ ਜਿਨ੍ਹਾਂ ਨੂੰ ਸਭ ਕੁਝ ਸੁਣਦਾ ਹੈ, ਸਾਰਾ ਕੁਝ ਦਿਖਾਈ ਦਿੰਦਾ ਹੈ, ਸਭ ਕਾਰ ਵਿਹਾਰ ਵਿੱਚ ਮਹਾਰਾਜ ਨੇ ਭਰਪੂਰਨ ਬਖਸ਼ਿਸ਼ ਕੀਤੀ ਹੋਈ ਹੈ, ਉਹਨਾਂ ਦੇ ਖੰਡਾਓ ਤੇ ਕਿੰਨਾ ਅਸਰ ਕਰੇਗਾ, ਉਹਨਾਂ ਦਾ ਮਨ ਦਾ ਖੰਡਾਓ ਕਿੰਨਾ ਹੋਵੇਗਾ। ਸੋ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਲਯੁਗ ਦੇ ਭੈੜੇ ਜ਼ਹਿਰ ਤੋਂ ਬਚਣਾ ਚਾਹੀਦਾ ਹੈ। ਸ਼ਾਮ ਦਾ ਰਹਿ ਰਾਸ ਤੇ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਨੂੰ ਜ਼ਰੂਰ ਸਾਂਭਣਾ ਚਾਹੀਦਾ ਹੈ, ਤੇ ਢਹਿ ਕੇ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸੱਚੇ ਪਾਤਸ਼ਾਹ, ਮੇਰੇ ਮਨ ਨੂੰ ਆਪਣੇ ਚਰਨਾਂ ਵਿੱਚ ਲਾ ਕੇ ਰੱਖੀ, ਸਵਾਸ ਸਵਾਸ ਲੇਖੇ ਲਾਈ। ਮਹਾਰਾਜ ਜ਼ਰੂਰ ਕਿਰਪਾ ਕਰਦੇ ਹਨ, ਪਰ ਅਰਦਾਸ ਸੱਚੇ ਮਨੋਂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।